ਝੂਠ 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 ਦੁਨੀ ਗੁਮਾਰ। ਨਗਜ ਤੇਰੇ ਬੰਦੇ ਦੀਦਾਰ ਅਪਾਰ। ਨਾਮ ਬਿਨਾ ਸਭ ਦੁਨੀਆ ਸ਼ਾਰ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੇ ਗੁਰੂ ਕੈ। ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਹਉ ਮੈਂ ਵਿੱਚ ਸਭ ਜਗ ਬਉਰਾਨਾ। ਦੂਜੈ ਭਾਏ ਭਰਮ ਭੁਲਾਨਾ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ। ਧੰਦਾ ਕਰਤਿਆ ਅਨ ਦਿਨ ਵਿਹਾਨਾ। ਹਿਰਦੈ ਰਾਮ ਰਮੋ ਮੇਰੇ ਭਾਈ। ਗੁਰਮੁਖ ਰਸਨਾ ਹਰ ਰਸਨ ਰਸਾਈ। ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ। ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹਉ ਮੈਂ ਮਾਰ ਗੁਰ ਸ਼ਬਦ ਪਛਾਤਾ। ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ। ਤਾਵਤ ਵਰਜੇ ਠਾਕ ਰਹਾਏ। ਨਾਮ ਨਵ ਨਿਧ ਗੁਰ ਤੇ ਪਾਏ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ। ਅੰਤਰ ਵਸੈ ਨਾ ਲਾਗੈ ਜਮ ਪੀਰ। ਆਪੇ ਸਾਹਿਬ ਆਪ ਵਜੀਰ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ। ਅੰਤਰ ਵਸੈ
ना लागे जम पीर, आपे साहिबा आप वजीर, नानक सेव सदा हर गुणी गहीर। वाहिगुरु जी का खालसा, वाहिगुरु जी की फतेह। ये पावन उपदेश राग गौड़ी तीजे पातशाह साहिब श्री गुरु अमरदास साहिब महाराज जी के मुखारबिंद तो उच्चारण होया। इस दी विचार आप जी नूं सरवण कराउणगे भाई कुलविंदर सिंह जी भोगपुर। एक दिन का समा है भाई साहब जी का प्रबंधक सेवादारां वालों भाई साहब जी का धन्यवाद। संत महापुरख बाबा चंद सिंह जी कार सेवा वाले तिन्हां दे सहयोगी दिल्ली के इतिहासिक गुरुद्वारियां की कार सेवा करा रहे हैं। तन मन धन नाल सेवा करके सतगुरु जी दीयां खुशियां प्राप्त करो। आओ बहुत ही प्यार नाल मन बिरतियां एकाग्र करके कथा विच ध्यान जोड़िए। गज की फतेह बुलाओ जी। वाहिगुरु जी का खालसा, वाहिगुरु जी की फतेह। सतनाम। धन वाहिगुरु साहिब जीओ। तू चौ सज्जन मैंडिया, देई सिस उतार। नैन महिंजे तरस दे, कद पसी दीदार। दंडोत बंदन अनेक बार, सर्व कला समरथ। डोलन ते राखो प्रभु, राखो प्रभु। नानक दे कर हथ। परम सत्कार योग, परम सम्मान योग, चवर छतर तख्त दे मालिक, वालिए कुल आलम, मुजस्मे आबे हयात, सरवरे कायनात, बानी दे बोहित। धन धन गुरु ग्रंथ साहिब जी महाराज, तिन्हां दी पावन पवित्र हजूरी दे विच। धन धन गुरु हर कृष्ण जी महाराज, तिन्हां वल्लों वरसोए होए पावन पवित्र अस्थान गुरुद्वारा श्री बंगला साहिब जी विखे ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ ਆਓ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਜੋ ਬਚਨ ਆਪ ਜੀ ਨੇ ਇਸ ਅਸਥਾਨ ਦੇ ਗ੍ਰੰਥੀ ਸਹਿਬਾਨ ਤੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਸੁਣਿਆ ਹੈ।
ਇਹ ਸ਼ਬਦ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਰਾਗ ਗੌੜੀ ਗੁਆਰੇਰੀ ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ 159 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਉਹ ਸੁਭਾਈਮਾਨ ਹੈ। ਸ਼ਬਦ ਦੀਆਂ ਆਰੰਭ ਵਾਲੇ ਦੀਆਂ ਪੰਕਤੀਆਂ ਵਿੱਚ ਮਹਾਰਾਜ ਫਰਮਾਉਂਦੇ ਹਨ, ਹਉਮੈ ਵਿੱਚ ਸਭ ਜਗ ਬੌਰਾਨਾ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਪਾ ਕੇ ਕੁੱਲ ਇਹਦੀਆਂ 18 ਪੰਕਤੀਆਂ ਹਨ ਔਰ ਇਸ ਸ਼ਬਦ ਦੇ 4 ਬੰਦ ਹਨ। ਪਹਿਲੇ ਬੰਦ ਦੀ ਵਿਚਾਰ ਕਰਨ ਤੋਂ ਪਹਿਲਾਂ 1-2 ਮਿੰਟ ਮੈਂ ਆਪ ਜੀ ਦੇ ਲੈਣਾ ਚਾਹਾਂਗਾ। ਰਾਤ ਅਸੀਂ ਪ੍ਰਸ਼ਾਦਾ ਛਕਣ ਤੋਂ ਬਾਅਦ ਸੈਰ ਕਰਨ ਵਾਸਤੇ ਨਿਕਲੇ। ਪਰਿਵਾਰ ਨਾਲ ਸੀ ਔਰ ਰਸਤੇ ਦੇ ਵਿੱਚ ਚੱਲਦਿਆਂ ਚੱਲਦਿਆਂ ਗੱਲ ਚੱਲੀ ਕਿ ਜਦੋਂ ਕਰੋਨਾ ਸੀ ਉਦੋਂ ਸੋਸ਼ਲ ਮੀਡੀਆ ਦੇ ਉੱਪਰ ਕਹਿ ਲਈਏ ਜਾਂ ਮੀਡੀਆ ਦੇ ਉੱਪਰ ਕਹਿ ਲਈਏ, ਉਦੋਂ ਬੰਗਲਾ ਸਾਹਿਬ ਹੁੰਦੀ ਸੀ। ਕਹਿਣ ਤੋਂ ਭਾਵ ਕਿ ਇਸ ਧਰਤੀ ਦੇ ਉੱਪਰ ਜਾਂ ਇਸ ਬ੍ਰਹਿਮੰਡ ਦੇ ਵਿੱਚ 2 ਜਣੇ ਐਸੇ ਹਨ ਜਿਹੜੇ ਹਵਾ ਫ੍ਰੀ ਦਿੰਦੇ ਹਨ, ਜਿਹੜੇ ਆਕਸੀਜਨ ਫ੍ਰੀ ਦਿੰਦੇ ਹਨ। ਇੱਕ ਤੇ ਪਰਿਪੂਰਨ ਪਰਮਾਤਮਾ ਹੈ, ਉਹ ਸਾਡੇ ਕੋਲੋਂ ਆਕਸੀਜਨ ਦਾ ਜਾਂ ਹਵਾ ਦਾ ਜਾਂ ਪਾਣੀ ਦਾ ਕੋਈ ਮੁੱਲ ਨਹੀਂ ਲੈਂਦਾ। ਦੂਸਰਾ, ਉਸੇ ਹੀ ਪਰਮਾਤਮਾ ਦੇ ਵੱਲੋਂ ਵਰਸਾਇਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਨੇ ਕਰੋਨਾ ਟਾਈਮ ਦੇ ਵਿੱਚ ਸਿਲੰਡਰਾਂ ਦਾ ਜਿਹੜਾ ਸੀ ਉਹ ਫ੍ਰੀ ਲੰਗਰ ਲਾ ਦਿੱਤਾ। ਇਹ ਤਾਂ ਸੀ ਕਰੋਨਾ ਸਮੇਂ ਦੇ ਵਿੱਚ। ਹੁਣ ਅਸੀਂ ਕੀ ਦੇਖਦੇ ਹਾਂ, ਜੋ ਅੱਜ ਕੱਲ੍ਹ ਹੈ, ਅੱਜ ਕੱਲ੍ਹ ਦਿੱਲੀ ਕਮੇਟੀ ਦੇ ਵੱਲੋਂ ਆਪਣੀ ਹੋਂਦ ਨੂੰ, ਆਪਣੇ ਬੱਚਿਆਂ ਨੂੰ ਆਪਣੇ ਮੂਲ ਦੇ ਨਾਲ ਜੋੜਨ ਵਾਸਤੇ, ਔਰ ਮੈਂ ਰਾਤ ਵੀ ਸੋਚ ਰਿਹਾ ਸੀ, ਇਹ ਉਹਨਾਂ ਦੇ ਅੰਦਰ ਸੋਝੀ ਆਉਂਦੀ ਹੈ ਜਿਨ੍ਹਾਂ ਦੇ ਬਾਰੇ ਮਹਾਰਾਜ ਕਹਿੰਦੇ ਹਨ ਦੇ ਲੰਮੀ ਨਦਰ ਨਿਹਾਲੀਐ। ਇਹ ਉਹਨਾਂ ਦੇ ਵਿੱਚ ਸੋਝੀ ਆਉਂਦੀ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਹਨ, ਅਗਾਂਹ ਕੂ ਧਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬਹੁਰ ਨਾ ਹੋਵੀ ਜਨਮੜਾ। ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਅਸੀਂ ਜੇਕਰ ਇਸ ਧਰਤੀ ਤੇ ਆਏ ਹਾਂ, ਜੇਕਰ ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਪੈਦਾ ਹੋਏ ਹਾਂ, ਸਾਨੂੰ ਜਨਮ ਮਿਲਿਆ ਹੈ, ਤੇ ਇਸ ਜੀਵਨ ਨੂੰ ਸਫਲ ਅਸੀਂ ਇਸ ਤਰੀਕੇ ਨਾਲ ਕਰੀਏ ਤਾਂ ਜੋ ਗੁਰਮਤਿ ਦਾ ਪ੍ਰਚਾਰ ਜਿਹੜਾ ਉਹ ਹਰ ਘਰ ਵਿੱਚ ਪਹੁੰਚੇ। ਇਸ ਪ੍ਰਚਾਰ ਨੂੰ ਪ੍ਰਚੰਡ ਕਰਨ ਵਾਸਤੇ ਦਿੱਲੀ ਕਮੇਟੀ ਨੇ 5 ਜੂਨ ਤੋਂ ਲੈ ਕੇ 25 ਜੂਨ ਤੱਕ ਵੱਖ-ਵੱਖ ਥਾਵਾਂ ਤੇ ਬੱਚਿਆਂ ਦੇ ਕੈਂਪ ਜਿਹੜੇ ਹਨ ਉਹ ਲਗਾਏ ਹਨ, ਕਿਉਂਕਿ ਗੁਰੂ ਨਾਨਕ ਦੀ ਜੋ ਧਰਮ ਹੈ, ਜੋ ਗੁਰੂ ਨਾਨਕ ਦਾ ਘਰ ਹੈ, ਜੋ ਗੁਰੂ ਨਾਨਕ ਦਾ ਸਿਧਾਂਤ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੁਰੂ ਨਾਨਕ ਦੀ ਪਨੀਰੀ ਨੂੰ, ਉਹਦੀ ਰਾਖੀ, ਉਹਨੂੰ ਪਾਣੀ ਤੇ ਉਹਨੂੰ ਖਾਦ ਵਧੀਆ ਤਰੀਕੇ ਨਾਲ ਪੈ ਜਾਵੇਗੀ ਨਾ, ਤੇ ਗੁਰੂ ਨਾਨਕ ਦੇ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਵੀ ਵਧੀਆ ਤਰੀਕੇ ਦੇ ਨਾਲ ਹੋਵੇਗਾ। ਇਸ ਲਈ ਦਿੱਲੀ ਕਮੇਟੀ ਨੂੰ ਮੈਂ ਇਸ ਗੱਲ ਦੇ ਲਈ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਔਰ ਦੂਸਰਾ ਮੈਂ ਬੱਚਿਆਂ ਨੂੰ, ਮਾਂ ਬਾਪ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਤੁਸੀਂ ਵੀ ਆਪਣੇ ਅੰਦਰ ਸ਼ੌਂਕ ਪੈਦਾ ਕਰੋ। ਜਿੱਥੇ ਵੀ ਤੁਹਾਡੇ ਲਾਗੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਮਿਊਨਿਟੀ ਹਾਲ ਦੇ ਵਿੱਚ ਕਿਤੇ ਵੀ ਉਹਨਾਂ ਨੇ ਅਰੇਂਜ ਕੀਤਾ ਹੋਇਆ ਕੈਂਪ ਦਾ, ਇਹਨਾਂ ਬੱਚਿਆਂ ਨੂੰ ਉੱਥੇ ਲੈ ਕੇ ਜਾਓ। ਤੇ ਨਾਲ ਹੀ ਮੈਂ ਇਹ ਵੀ ਚਾਹੁੰਦਾ ਕਿ ਘੱਟੋ ਘੱਟ ਘਰ ਦਾ ਇੱਕ ਮੈਂਬਰ ਜ਼ਰੂਰ ਕੈਂਪ ਵਿੱਚ ਜਾਵੇ, ਤਾਂ ਜੋ ਅਗਰ ਮਾਂ ਨੂੰ ਜਾਂ ਬਾਪ ਨੂੰ ਗੁਰਮਤਿ ਦੀ ਸੋਝੀ ਹੋਵੇਗੀ ਨਾ, ਤੇ ਉਹ ਫਿਰ ਬੱਚਿਆਂ ਨੂੰ ਘਰ ਜਦੋਂ ਬੱਚੇ ਆਉਣਗੇ ਉਹਨਾਂ ਨੂੰ ਵੀ ਗੁਰਮਤਿ ਦੀ ਸੋਝੀ ਜਿਹੜੀ ਉਹ ਦੇ ਸਕਣਗੇ। ਆਓ ਜੋ ਅੱਜ ਦਾ ਸ਼ਬਦ
ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਗੌੜੀ ਰਾਗ ਦਾ ਨਾਮ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਆਰੰਭ ਵਾਲੀਆਂ ਪੰਕਤੀਆਂ, ਹਉਮੈ ਵਿੱਚ ਸਭ ਜਗ ਬੌਰਾਨਾ, ਦੂਜੇ ਭਾਏ ਭਰਮ ਭੁਲਾਨਾ, ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆਂ ਅਨ ਦਿਨ ਵਿਹਾਨਾ। ਇਹ ਪਹਿਲਾ ਬੰਦ ਹੈ। ਆਰੰਭ ਵਾਲੀਆਂ ਪੰਕਤੀਆਂ ਵੱਲ ਫਿਰ ਧਿਆਨ ਦਿਓ। ਹਉਮੈ ਵਿੱਚ ਸਭ ਜਗ ਬੌਰਾਨਾ। ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ, ਮਾਨ ਦੇ ਵਿੱਚ ਜਿਹੜਾ ਸਾਰਾ ਸੰਸਾਰ ਹੈ ਉਹ ਕਮਲਾ ਹੋਇਆ ਫਿਰਦਾ ਹੈ, ਝੱਲਾ ਹੋਇਆ ਫਿਰਦਾ ਹੈ, ਉਹਨੂੰ ਆਪਣੀ ਸੁੱਧ ਬੁੱਧ ਨਹੀਂ ਹੈ। ਅਤੇ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਰਿਹਾ ਸੀ ਨਾ ਇਸ ਸ਼ਬਦ ਦੀ ਵਿਚਾਰ ਕਰਨ ਵਾਸਤੇ, ਅਤੇ ਵੈਸੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਦੋਂ ਤੁਸੀਂ ਟਿਕ ਕੇ ਸ਼ਬਦ ਨੂੰ ਵਿਚਾਰਦੇ ਹੋ ਨਾ, ਅਤੇ ਕੱਲਾ ਕੱਲਾ ਸ਼ਬਦ ਦਾ ਕੱਲਾ ਕੱਲਾ ਅੱਖਰ ਕਹਿ ਰਿਹਾ, ਉਹ ਦੇਖੀ ਕਿਤੇ ਐਵੇਂ ਨਾ ਲੰਘ ਜਾਵੀਂ। ਰੁੱਖ ਮੇਰੇ ਨਾਲ ਚੰਗੀ ਤਰ੍ਹਾਂ ਗੱਲਾਂ ਕਰ, ਮੇਰੇ ਨਾਲ ਬਾਤਾਂ ਪਾ, ਮੈਂ ਤੈਨੂੰ ਹੋਰ ਤੇ ਹੋਰ ਸਮੁੰਦਰ ਦੇ ਵਿੱਚ, ਗਹਿਰੇ ਸਮੁੰਦਰ ਦੇ ਵਿੱਚ ਤੈਨੂੰ ਮੈਂ ਲੈ ਜਾਵਾਂ। ਬੌਰਾਨਾ ਸ਼ਬਦ ਦੀ ਗੱਲ ਕਰਨ ਲੱਗਾ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦੋ ਇਨਸਾਨ ਹਨ ਜਿਹੜੇ ਬੌਰਾਨਾ ਹੁੰਦੇ ਹਨ, ਜਿਹੜੇ ਝੱਲੇ ਹੁੰਦੇ ਹਨ, ਜਿਹੜੇ ਕਮਲੇ ਹੁੰਦੇ ਹਨ। ਪਹਿਲਾ ਇਨਸਾਨ ਉਹ ਹੈ ਜਿਹੜਾ ਨਿਰੰਕਾਰ ਨੂੰ ਛੱਡ ਕੇ ਤੇ ਸੰਸਾਰ ਨਾਲ ਜੁੜਿਆ, ਉਹ ਵੀ ਬੌਰਾਨਾ ਹੈ। ਦੂਸਰਾ ਜਿਹੜਾ ਸੰਸਾਰ ਨੂੰ ਛੱਡ ਕੇ ਤੇ ਸਿਰਫ ਨਿਰੰਕਾਰ ਨਾਲ ਜੁੜਿਆ, ਉਹ ਵੀ ਬੌਰਾਨਾ ਹੈ। ਪਹਿਲਾ ਪ੍ਰਮਾਣ ਬਾਬਾ ਕਬੀਰ ਜੀ ਕਹਿੰਦੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ। ਕਹਿੰਦੇ ਮੈਂ ਰਾਮ ਨੂੰ ਭੁੱਲ ਗਿਆ ਤੇ ਮੇਰੀ ਮਤ ਜਿਹੜੀ ਹੈ ਉਹ ਝੱਲੀ ਹੋ ਗਈ। ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਨ ਰਹੋਂ ਰੇ। ਕਹਿੰਦੇ ਹੁਣ ਮੈਨੂੰ ਦੱਸਿਆ ਜਾਵੇ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਿਤਾਵਾਂ, ਕਿਉਂਕਿ ਮੈਂ ਰਾਮ ਨੂੰ ਭੁੱਲ ਚੁੱਕਾ ਹਾਂ। ਮੈਂ ਫਿਰ ਬੇਨਤੀ ਕਰਾਂ, ਰਾਮ ਦੇ ਅਖਰੀ ਅਰਥ ਪਰਿਪੂਰਨ ਪਰਮਾਤਮਾ, ਮੈਂ ਰਾਮ ਨੂੰ ਵਿਸਾਰ ਦਿੱਤਾ, ਮੇਰੀ ਮਤ ਜਿਹੜੀ ਆ ਉਹ ਝੱਲੀ ਹੋ ਗਈ, ਤੇ ਮੈਂ ਜਿਹੜਾ ਆਪਣਾ ਜੀਵਨ ਉਹ ਕਿਸ ਤਰ੍ਹਾਂ ਵਿਚਾਰਾ। ਦੂਸਰਾ ਪ੍ਰਮਾਣ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦਾ ਸ਼ਬਦ ਮਹਾਰਾਜ ਕਹਿੰਦੇ ਹੈ, ਬਿਨ ਸਤਿਗੁਰ ਸਭ ਜਗ ਬੌਰਾਨਾ। ਸਤਿਗੁਰ ਤੋਂ ਬਿਨਾਂ ਸੰਸਾਰ ਜਿਹੜਾ ਨਾ ਉਹ ਬੌਰਾਨਾ ਹੈ, ਉਹ ਝੱਲਾ ਹੈ। ਤੇ ਫਿਰ ਮਹਾਰਾਜ ਕਹਿੰਦੇ, ਮਨ ਮੁਖ ਅੰਧਾ ਸ਼ਬਦ ਨਾ ਜਾਣੈ, ਝੂਠੇ ਭਰਮ ਭੁਲਾਨਾ। ਮਹਾਰਾਜ ਕਹਿੰਦੇ ਉਹ ਮਨਮੁਖ ਹੈ, ਪਹਿਲਾ ਉਹ ਅੰਨਾ ਹੈ। ਦੂਸਰਾ ਮਹਾਰਾਜ ਕਹਿੰਦੇ ਉਹਨੂੰ ਸ਼ਬਦ ਦੀ ਪਹਿਚਾਨ ਨਹੀਂ, ਸ਼ਬਦ ਨਾਲ ਉਹਦੀ ਸਾਂਝ ਨਹੀਂ। ਚੌਥਾ ਮਹਾਰਾਜ ਕਹਿੰਦੇ ਉਹ ਝੂਠਾ ਹੈ। ਤੇ ਪੰਜਵਾਂ ਮਹਾਰਾਜ ਕਹਿੰਦੇ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਜਿਹੜੀ ਚੀਜ਼ ਚਲੀ ਜਾਣੀ ਹੈ ਉਹਨੂੰ ਉਹ ਆਪਣਾ ਮੰਨ ਕੇ ਬੈਠਾ ਹੋਇਆ ਹੈ, ਤੇ ਜਿਹੜੀ ਚੀਜ਼ ਉਸਨੇ ਉਸ ਦਾ ਪਾਰ ਉਤਾਰਾ ਕਰਨਾ ਹੈ ਉਹਨੂੰ ਉਹ ਛੱਡ ਕੇ ਬੈਠਾ ਹੋਇਆ ਹੈ। ਮਹਾਰਾਜ ਫਰਮਾਉਂਦੇ, ਬਿਨ ਸਤਿਗੁਰ, ਗੁਰੂ ਅਮਰਦਾਸ ਜੀ ਮਹਾਰਾਜ, ਬਿਨ ਸਤਿਗੁਰ ਸਭ ਜਗ ਬੌਰਾਨਾ, ਮਨਮੁਖ ਅੰਧਾ ਸ਼ਬਦ ਨਾ ਜਾਣੈ, ਝੂਠੈ ਭਰਮ ਭੁਲਾਨਾ। ਮਹਾਰਾਜ ਕਹਿੰਦੇ ਇਹ ਦੋ ਇਨਸਾਨ, ਇਹ ਉਹ ਇਨਸਾਨ ਹਨ ਜਿਨ੍ਹਾਂ ਨੇ ਨਿਰੰਕਾਰ ਨੂੰ ਵਿਸਾਰਿਆ। ਆਓ ਹੁਣ ਆਪਾਂ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਸੰਸਾਰ ਨੂੰ ਛੱਡਿਆ ਤੇ ਨਿਰੰਕਾਰ ਨਾਲ ਜੁੜੇ। ਸੰਸਾਰ ਨੂੰ ਛੱਡਣ ਦਾ ਆਖਰੀ ਅਰਥ ਇਹ ਨਹੀਂ ਲੈਣਾ ਕਿ ਜੰਗਲਾਂ ਵਿੱਚ ਚਲੇ ਜਾਣਾ। ਬੜੇ ਧਿਆਨ ਦੇ ਨਾਲ, ਜਿਹਨੂੰ ਮਹਾਰਾਜ ਕਹਿੰਦੇ, ਦੇਸ਼ ਛੋੜ ਪਰਦੇਸੇ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਉਹ ਨਹੀਂ ਕੰਮ। ਇੱਥੇ ਸੰਸਾਰ ਨੂੰ ਛੱਡਣ ਦਾ ਮਤਲਬ ਕੀ ਹੈ ਕਿ ਸੰਸਾਰ ਦੇ ਵਿੱਚ ਖਚਿਤ ਨਹੀਂ ਹੋਣਾ, ਸੰਸਾਰ ਵਿੱਚ ਰਹਿੰਦਿਆਂ ਆਪਣਾ ਚਿੱਤ ਜਿਹੜਾ ਉਹ ਨਿਰੰਕਾਰ ਦੇ ਨਾਲ। ਮਹਾਰਾਜ ਕਹਿੰਦੇ, ਮੈਂ ਬੌਰੀ, ਬਾਬਾ ਨਾਮਦੇਵ ਜੀ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੂ ਕਰੂੰ ਸਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ,
तन मन राम प्यारे जोग। बाबा नामदेव जी कहते मैं भी कहते बौरा हो गया, बौरा होया अपने परमात्मा का जिहड़ा मेरा राम है, जिहड़ा मेरा खसम है, मैं उहदी याद विच बौरा होया। ते गुरु नानक देव जी महाराज जदों सुल्तानपुर लोधी तो महाराज जदों यात्रा शुरू करन लगे ना, उस समय दे जिहड़े हंकारी सीगे पुरुष, उस समय दे जिहड़े अपने आप नूं धर्म दे ठेकेदार समझदे सी, उन्होंने गुरु नानक देव जी वास्ते तत्ते बोल बोले। ते महाराज ने उन्होंने मारू राग विच दर्ज किया, लुकाया नहीं। उहदे विच फिर महाराज नूं जदों उन्होंने तत्ते बोल बोले, महाराज नूं उन्होंने कहा, किसी ने भूतना कहा, किसी ने बेताला कहा, किसी ने आम आदमी कहा, किसी ने बेचारा कहा। जदों गुरु नानक देव जी उन्होंने बड़े प्यार दे नाल जवाब देन लगे ना, ते महाराज कहंदे दुनिया दे लोको तुसी मैनू भूतना कहंदे पे हो, बेताला कहंदे पे हो, आम आदमी कहंदे पे हो, बेचारा कहंदे पे हो, मैं ते उस मालक दा दीवाना हाँ, मैं ते ओदा आशिक हाँ, और ओदी आशिकी दे विच मैं कहंदे बौराना होया, कहंदे ओदी आशिकी दे विच मैं झल्ला होया। महाराज दा बचन है, कोई आखे भूतना। मैं फिर बेनती करां, दो इंसान इस दुनिया दे विच इस धरती ते झल्ले हुंदे, एक जिहड़े ओ जिहड़े परमात्मा नूं छड्ड दिंदे है और दुनिया विच खचत हो जांदे आ, ओ भी झल्ले है। दूसरे ओ है जिहड़े दुनिया विच रहिंदियां होइयां निरंकार दे नाल जुड़े हुए है, वो भी जिहड़े झल्ले है। महाराज कहंदे कोई आखे भूतना, को कहे बेताला, कोई आखे आदमी नानक बेचारा। ते महाराज जवाब दिंदे, हूँ भया दीवाना शाह का नानक बौराना, हूँ हर बिन अवर न जाना। मैं भी कहंदे झल्ला होया, कहंदे उस परमात्मा की याद विच, ओदे नाल मेरा प्यार है, मेरी आशिकी है, मेरा इश्क है ओदे नाल, ओदे इश्क दे विच मैं कहंदे झल्ला होया। महाराज इत्थे फरमाउंदे, हौमे विच सब जग बौराना। हौमे साध संगत जी, हौमे नूं गुरु ग्रंथ साहिब जी महाराज विच मान भी किया गया, हौमे नूं अहंकार भी किया गया। हौमे एक ऐसी कह लीए, एक ऐसा एक कीड़ा है, जिस इंसान दे अंदर हौमे दा कीड़ा पैदा हो जावे ना, वो बाहरों जिन्ना मर्जी कवे मैं दासां दा दास हाँ, मैं झंडा बरदार हाँ, मैं तुहाडा सेवादार हाँ, लेकिन जदों उहदे अंदर हौमे दा कीड़ा पैदा हुंदा, जिस तरह एक लक्कड़ नूं घुण लग जांदा, उस लक्कड़ नूं तुसी जिन्ना मर्जी पालिश कर लो, जिन्ना मर्जी रंग कर लो, जदों उन्नूं टनका के देखो ते अंदरों खाली हुंदी है, क्योंकि घुण ने अंदरों लक्कड़ जिहड़ी है वो खा चुकी है, उन्नूं खत्म कर चुकी है। और वो लक्कड़ दा जिहड़ा दरवाजा कह लीए, तख्ता कह लीए, वो अज भी डिग्या ते कल भी डिग्या। इसे तरह हौमे एक वो कीड़ा है, जिस इंसान दे अंदर पैदा हो जावे, वो बाहरों जितना मर्जी भेख ते दिखावा कर लवे, लेकिन अंदरों वो जेड़ा उस लक्कड़ नूं जिन्नूं घुण लगा ओदे वांगू वो खाली। महाराज कहंदे हौमे विच सब जग बौराना। मैं ना एक आप जी नूं बेनती करा, अपने घर दी गल ही गुरु नानक देव जी ने ना हौमे दे विच जिहड़ी है, हौमे नूं अगे रख के महाराज ने दर्शाई है। एक सखी है, वो अपनी नाल दी सहेली नूं पुछदी है। इस श्लोक 12 ते वधीक गुरु नानक देव जी का पहला श्लोक है, 2 श्लोक पहले। वो सखी पुछदी है दूजी सखी नूं, कहंदी सहेलीए मैं कुछ दिनां तो तेरे नाल रह रही हाँ, ते मैं देख रही हाँ भी तेरे घर विच तेरी सस तेरी बजुर्ग है, ते तू उस बजुर्ग नूं कदी नीवीं हो के मत्था नहीं टेकिया। मैं ये नहीं तेनू देखिया, गल की हैगी है? तू इतनी सुंदर है, इतनी तू उच्ची लम्मी है, इतनी तू सियाणी है, पर तू अपनी सस नूं कदी मत्था नहीं टेकिया, सस दे चरनां नूं कदी स्पर्श नहीं कीता। ते अग्गों फिर वो पता की कहंदी,
ਕਹਿੰਦੀ ਤੂੰ ਕਿਹੜੀਆਂ ਗੱਲਾਂ ਕਰਦੀ ਆ ਝੱਲੀਏ, ਮੈਂ ਦੇਖ ਕਿਤਨੀ ਉੱਚੀ ਲੰਮੀ, ਮੇਰੀ ਜਵਾਨੀ ਦੇਖ, ਮੇਰਾ ਜੋਬਨ ਦੇਖ, ਮੇਰੇ ਸਰੀਰ ਦੇ ਵਿੱਚੋਂ ਡੁੱਲ ਡੁੱਲ ਕੇ ਬਾਹਰ ਪੈ ਰਿਹਾ, ਮੈਂ ਨੀਵੀਂ ਹੋ ਕੇ ਕਿੱਦਾਂ ਉਹਨੂੰ ਮੱਥਾ ਟੇਕਾਂ, ਮੈਂ ਤੇ ਉੱਚੀ ਲੰਮੀ ਬਹੁਤ ਹਾਂ। ਫਿਰ ਉਹ ਸਖੀ ਸਮਝਾਉਂਦੀ ਹੈ, ਕਹਿੰਦੀ ਨਹੀਂ, ਔਰ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ, ਮੱਥਾ ਟੇਕਣ ਦਾ ਜਿਹੜੀ ਰੀਤ ਹੈ ਨਾ, ਇਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਈ ਹੈ। ਜਦੋਂ ਵੀ ਗੁਰੂ ਘਰ ਦੇ ਵਿੱਚ, ਕਿਸੇ ਵੀ ਜਾਮੇ ਦੇ ਵਿੱਚ, ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੀ ਜੋਤ ਜਦੋਂ ਉਹਨਾਂ ਨੇ ਅੱਗੇ ਟਿਕਾਈ ਹੈ ਨਾ, ਤੇ ਜੋਤ ਟਿਕਾਉਣ ਤੋਂ ਬਾਅਦ ਪਹਿਲਾ ਮੱਥਾ ਗੁਰੂ ਨੇ ਆਪਣੇ ਚੇਲੇ ਨੂੰ ਟੇਕਿਆ। ਅਸੀਂ ਸ਼ਬਦ ਵੀ ਪੜ੍ਹਦੇ ਹਾਂ, ਨੌ ਕਰਤਾ ਕਾ ਦਰ ਕਰੇ, ਕਿਉਂ ਬੋਲ ਹੋਵੇ ਜੋ ਖੀਬ ਦੇ, ਦੇ ਗੁਨਾ ਸਤ ਭੈਣ ਭਰਾਵ ਹੈ, ਪਰ ਰੰਗਤ ਦਾਨ ਭੜੀਵ ਦੇ, ਨਾਨਕ ਰਾਜ ਚਲਾਇਆ ਸਚਕੋਟ ਸਤਾਨੀ ਨੀਮ ਦੇ, ਲਹਿਨੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵ ਦੇ। ਇਹ 'ਚ ਪੰਕਤੀ ਆਉਂਦੀ ਆ, ਗੁਰ ਚੇਲੇ ਰਹਿਰਾਸ ਕੀ, ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੁਰ, ਇਹਨੂੰ ਇਦਾਂ ਪੜ੍ਹਨਾ, ਗੁਰ ਤੇ ਚੇਲਾ ਇਕੱਠਾ ਨਹੀਂ ਪੜ੍ਹਨਾ, ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵ ਦੇ, ਸਹਿ ਟਿੱਕਾ ਦੀ ਤੋਸ ਜੀਵ ਦੇ ਥੀਵ ਦੇ। ਮਹਾਰਾਜ ਕਹਿੰਦੇ ਕਿ ਗੁਰੂ ਨੇ ਚੇਲੇ ਦੇ ਪੈਰਾਂ ਦੇ ਵਿੱਚ ਜਿਹੜਾ ਮੱਥਾ ਟੇਕ ਦਿੱਤਾ। ਮੇਰੇ ਕਹਿਣ ਤੋਂ ਭਾਵ ਅਸੀਂ ਬਚਨ ਪੜ੍ਹਦੇ ਹਾਂ, ਜੋ ਦੀਸੇ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜਿਓ। ਇਹ ਮੱਥਾ ਟੇਕਣ ਦਾ, ਨਿਵਣ ਦਾ। ਹਾਂ, ਇੱਕ ਮੈਂ ਬੇਨਤੀ ਕਰਾਂ, ਨਿਵਣਾ ਜਿਹੜਾ ਉਹਦੇ ਵਿੱਚ ਕਿਤੇ ਪਖੰਡ ਨਾ ਹੋਵੇ। ਜੇ ਪਖੰਡ ਹੋਵੇਗਾ ਨਾ, ਤੇ ਫਿਰ ਮਹਾਰਾਜ ਕਹਿੰਦੇ ਹੈ ਉਸ ਨਿਵਣ ਦਾ ਕੋਈ ਫਾਇਦਾ ਨਹੀਂਗਾ। ਜਿਸ ਤਰ੍ਹਾਂ ਇੱਕ ਸ਼ਿਕਾਰੀ ਇੱਕ ਮ੍ਰਿਗ ਨੂੰ ਮਾਰਨ ਵਾਸਤੇ ਨੀਵਾਂ ਹੋ ਰਿਹਾ, ਲੇਕਿਨ ਉਹਦੇ ਨੀਵੇਂ ਹੋਣ ਦੇ ਵਿੱਚ ਉਹਦਾ ਇੱਕ ਪਖੰਡ ਹੈ, ਉਹਦੇ ਨੀਵੇਂ ਹੋਣ ਦੇ ਵਿੱਚ ਉਹਦਾ ਪਖੰਡ ਹੈ। ਮਹਾਰਾਜ ਕਹਿੰਦੇ ਹੈ, ਜੇ ਤੂੰ ਝੁਕਣਾ ਨਾ, ਤੇ ਗੁਣਾ ਦੇ ਸੰਯੁਕਤ ਹੋ ਕੇ ਚੁੱਕ, ਗੁਣਾ ਦੇ ਨਾਲ ਚੁੱਕ, ਜਿਹਨੂੰ ਮਹਾਰਾਜ ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਆ ਗੁਣਾ ਦੇ ਨਾਲ ਤੂੰ ਨੀਵਾਂ ਹੋਵੇਂਗਾ ਨਾ, ਫਿਰ ਤੇਰੀ ਦਰਗਾਹ ਦੇ ਵਿੱਚ ਜਿਹੜੀ ਹੈ ਤੇਰੀ ਪ੍ਰਵਾਨਗੀ ਹੋਵੇਗੀ। ਫਿਰ ਤੇਰਾ ਨਿਵਣਾ ਜਿਹੜਾ ਕੀਤਾ ਗਿਆ, ਤੇਰਾ ਕਰਮ ਜਿਹੜਾ, ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਵੇਗਾ। ਤੇ ਜੇ ਤੂੰ ਉੱਦਾਂ ਝੋਗਿਆ, ਤੇ ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀਏ, ਜਾਂ ਹਿਰਦੇ ਕਸੁੱਦੇ, ਉਹਦਾ ਕਹਿੰਦੇ ਝੁਕਣ ਦਾ ਕੋਈ ਫਾਇਦਾ ਨਹੀਂ। ਤੇ ਉਹ ਕਹਿੰਦੀ ਹੈ, ਕਹਿੰਦੀ ਦੇਖ, ਕਹਿੰਦੀ ਮੈਂ ਤੈਨੂੰ ਦੇਖ ਰਹੀ ਹਾਂ ਕਾਫੀ ਦਿਨਾਂ ਤੋਂ, ਤੂੰ ਆਪਣੇ ਘਰ ਦੇ ਵਿੱਚ, ਤੇਰੀ ਬਜ਼ੁਰਗ ਮਾਤਾ ਹੈ, ਤੂੰ ਉਹਨੂੰ ਮੱਥਾ ਨਹੀਂ ਟੇਕਦੀ, ਉਹਨੂੰ ਤੂੰ ਨੀਵਾਂ ਨਹੀਂ ਹੁੰਨੀ। ਤੇ ਅੱਗੋਂ ਕਹਿੰਦੀ ਹੈ, ਕਹਿੰਦੀ ਮੇਰੀ ਜਵਾਨੀ ਦੇਖ, ਮੇਰਾ ਕੱਦ ਦੇਖ, ਤੇ ਮੇਰੀ ਸੱਸ ਦਾ ਕੱਦ ਨਿਕਲ ਜਾ, ਮੈਂ ਉਹਨੂੰ ਕਹਿੰਦੇ ਕਿੱਦਾਂ ਝੁਕ ਜਾਵਾਂ। ਤੇ ਉਹਨੂੰ ਫਿਰ ਸਖੀ ਸਮਝਾਉਂਦੀ ਹੈ, ਕਹਿੰਦੀ ਮੈਂ ਵੱਡੇ ਵੱਡੇ ਮਹੱਲ ਦੇਖੇ, ਜਿਨ੍ਹਾਂ ਨੂੰ ਚੂਨੇ ਦਾ ਪਲਸਤਰ ਲੱਗਾ, ਉਹ ਮਹੱਲ ਵੀ ਕਹਿੰਦੇ ਸਖੀਏ ਮੈਂ ਡਿੱਗਦੇ ਹੋਏ ਦੇਖੇ ਆ। ਅੰਤ ਨੂੰ ਜੇ ਤੂੰ ਕਹਿੰਦੀ ਆ ਨਾ ਕਿ ਮੈਂ ਜਵਾਨੀ ਵਿੱਚ ਹਾਂ, ਮੈਂ ਮੱਤੀ ਹੋਈ ਹਾਂ, ਮੈਂ ਨਹੀਂ ਨਿਭ ਸਕਦੀ, ਇਹ ਤੇਰਾ ਸਰੀਰ ਵੀ ਇੱਕ ਦਿਨ ਉਹਨਾਂ ਮਹੱਲਾਂ ਦੇ ਵਾਂਗੂ ਮਿੱਟੀ ਹੋ ਜਾਣਾ। ਮਹਾਰਾਜ ਦਾ ਬਚਨ ਹੈ, ਉਹ ਤੰਗੀ ਪਹਿ ਓਹਰੀ ਗਹਿਰੀ ਗੰਭੀਰੀ, ਸਸਰ ਸੁਹੀਆ ਕਿਵ ਕਰੀ, ਨਿਵਨ ਨਾ ਜਾਏ ਥਨੀ, ਨਿਵਨ ਨਾ ਜਾਏ ਥਨੀ। ਆ ਜਿਹੜਾ ਮੇਰਾ ਸਰੀਰ ਹੈ, ਮੈਂ ਇਹਦੇ ਅਰਥ ਪਰਦੇ ਵਿੱਚ ਕਰਦੇ ਆ, ਆ ਜਿਹੜਾ ਮੇਰੀ ਛਾਤੀ ਹੈ, ਇਹ ਮੈਨੂੰ ਨਿਵਨ ਨਹੀਂ ਦੇ ਰਹੀ। ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸਸੁਰ ਸਸੁਰ ਸੁਹੀਆ ਕਿਵ ਕਰੀ, ਨਿਵਨ ਨਾ ਜਾਏ ਥਨੀ। ਤੇ ਫਿਰ ਅੱਗੋਂ ਸਮਝਾਉਂਦੀ ਹੈ, ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਸੇ ਭੀ ਢੈਂਦੇ ਡਿੱਠ ਮੈਂ, ਮੁੰਦ ਨਾ ਗਰਭ ਥਨੀ। ਇਹਨਾਂ ਦਾ ਹੰਕਾਰ ਨਾ ਕਰ, ਇਹਨੂੰ ਹਉਮੈ ਵਿੱਚ ਨਾ ਲੈ ਕੇ ਜਾ ਕਿ ਤੇਰੇ ਕੋਲ ਅੱਜ ਜਵਾਨੀ ਹੈ, ਤੇਰੀ ਜਵਾਨੀ, ਤੇਰੇ ਕੋਲ ਜੋਬਨ ਹੈ ਜਿਹੜਾ ਡੁੱਲ ਡੁੱਲ ਕੇ ਪੈ ਰਿਹਾ। ਮਹਾਰਾਜ ਇੱਥੇ ਫਰਮਾਉਂਦੇ, ਹਉਮੈ ਵਿੱਚ ਸਭ ਜਗ ਬੌਰਾਨਾ, ਕਹਿੰਦੇ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਸਾਰਾ ਸੰਸਾਰ ਕਹਿੰਦੇ ਪਾਗਲ ਹੋਇਆ ਫਿਰਦਾ। ਔਰ ਮੈਂ ਬੇਨਤੀ ਕਰਾਂ, ਇਹ ਪੁਆੜੇ ਹੀ ਜਿਹੜੇ ਸਾਡੇ ਪਏ ਹੋਏ ਆ ਨਾ, ਜੇ ਕਿਤੇ ਅਸੀਂ ਹਉਮੈ ਨੂੰ
ਪਿੱਛੇ ਕਰਕੇ ਸ਼ੁੱਧ ਹਿਰਦੇ ਦੇ ਨਾਲ ਕਿਸੇ ਦੇ ਅੱਗੇ ਝੁਕ ਜਾਈਏ ਤੇ ਸਾਡੇ ਸਾਲਾਂ ਬੱਧੀ ਜਿਹੜੇ ਵੈਰ ਤੇ ਵਿਰੋਧ ਹੈ ਇੱਕ ਪਲ ਵਿੱਚ ਖਤਮ ਹੋ ਜਾਂਦੇ। ਗੁਰੂ ਰਾਮਦਾਸ ਜੀ ਮਹਾਰਾਜ ਸਰੋਵਰ ਦੀ ਸੇਵਾ ਕਰਵਾ ਰਹੇ ਤੇ ਬਾਬਾ ਸ਼੍ਰੀ ਚੰਦ ਜੀ ਆਏ ਤੇ ਬਾਬਾ ਸ਼੍ਰੀ ਚੰਦ ਜੀ ਨੇ ਆ ਕੇ ਪੁੱਛਿਆ ਗੁਰੂ ਰਾਮਦਾਸ ਜੀ ਨੂੰ, ਇਹ ਦਾੜਾ ਇਤਨਾ ਲੰਬਾ ਕਾਸ ਲਈ ਵਧਾਇਆ? ਦੇਖੋ, ਗੁਰੂ ਨਾਨਕ ਦੇਵ ਜੀ ਦੇ ਸਮੇਂ, ਗੁਰੂ ਅੰਗਦ ਦੇਵ ਜੀ ਦੇ ਸਮੇਂ, ਗੁਰੂ ਅਮਰਦਾਸ ਜੀ ਦੇ ਸਮੇਂ ਬਾਬਾ ਸ਼੍ਰੀ ਚੰਦ ਜੀ ਨਹੀਂ ਆਏ, ਗੁਰੂ ਰਾਮਦਾਸ ਕੋ ਆਏ। ਇਹਦਾ ਮਤਲਬ ਨਿਵਣ ਲਈ ਆਏ। ਤੇ ਜਦੋਂ ਉਹਨਾਂ ਨੇ ਪੁੱਛਿਆ ਇਹ ਦਾੜਾ ਕਾਸ ਲਈ ਵਧਾਇਆ, ਤੇ ਗੁਰੂ ਰਾਮਦਾਸ ਜੀ ਨੇ ਕਿਹਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ। ਮੇਰੇ ਕਹਿਣ ਤੋਂ ਭਾਵ, ਅਗਰ ਅਸੀਂ ਕਿਤੇ ਸ਼ੁੱਧ ਹਿਰਦੇ ਦੇ ਨਾਲ ਥੋੜ੍ਹੇ ਸਮੇਂ ਵਾਸਤੇ ਹਉਮੈ ਨੂੰ ਪਰੇ ਕਰਕੇ ਅਸੀਂ ਝੁਕ ਜਾਈਏ ਨਾ, ਅਸੀਂ ਨਿਭ ਜਾਈਏ ਨਾ, ਤੇ ਸਾਡੇ ਪਰਿਵਾਰਾਂ ਦੇ ਝਗੜੇ ਜਿਹੜੇ ਉਹ ਕਈ ਸਾਲਾਂ ਤੋਂ ਚੱਲਦੇ ਆ ਰਹੇ ਆ, ਉਹ ਇੱਕ ਖਿਣ ਵਿੱਚ ਜਿਹੜੇ ਆ ਖਤਮ ਹੋ ਜਾਣਗੇ। ਮਹਾਰਾਜ ਕਹਿੰਦੇ ਹਉਮੈ ਵਿੱਚ ਸਭ ਜਗ ਬੌਰਾਨਾ। ਅੱਗੇ ਮਹਾਰਾਜ ਫਰਮਾਉਂਦੇ ਦੂਜੇ ਭਾਏ ਭਰਮ ਭੁਲਾਨਾ। ਦੂਜੇ ਭਾਏ ਦੁਵੈਸ਼ ਵਿੱਚ, ਦੁਬਿਧਾ ਦੇ ਵਿੱਚ ਪਿਆ, ਮਾਇਆ ਦੇ ਵਿੱਚ ਪਿਆ, ਔਰ ਕਹਿੰਦੇ ਭਰਮ ਦੇ ਵਿੱਚ ਕਹਿੰਦੇ ਭੁੱਲਿਆ ਹੋਇਆ। ਮਹਾਰਾਜ ਫਰਮਾਉਂਦੇ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ। ਬੜੀ ਮਹਿੰਗੀ ਪੰਕਤੀ ਹੈ ਜੀ। ਜਿਹੜਾ ਇਨਸਾਨ ਹਉਮੈ ਦੇ ਵਿੱਚ ਹੈ, ਜਿਹੜਾ ਦੁਬਿਧਾ ਦੇ ਵਿੱਚ ਹੈ, ਜਿਹੜਾ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ, ਫਿਰ ਉਹਦੇ ਅੰਦਰ ਸੋਚਾਂ ਵੀ ਸਾਧ ਸੰਗਤ ਜੀ ਵਿਕਾਰੀ ਆਉਣਗੀਆਂ। ਸੋਚਾਂ ਕਦੀ ਉਹਦੇ ਅੰਦਰ ਉਸਾਰੂ ਨਹੀਂ ਆਉਣਗੀਆਂ। ਉਹਦੇ ਅੰਦਰ ਜਿਹੜੀ ਸੋਚ ਹੈ, ਇਹਦੇ ਅਰਥ ਜੋ ਵਿਦਵਾਨਾਂ ਨੇ ਕੀਤੇ, ਬਹੁ ਚਿੰਤਾ ਚਿਤਵੈ। ਉਹਦੇ ਅੰਦਰ ਜਿਹੜੀਆਂ ਸੋਚਾਂ ਨਾ, ਉਹ ਵਿਕਾਰੀ ਸੋਚਾਂ ਆਉਣਗੀਆਂ। ਕਦੀ ਕੁਛ ਸੋਚੇਗਾ, ਕਦੀ ਕੁਛ ਸੋਚੇਗਾ। ਬਹੁ ਚਿੰਤਾ ਚਿਤਵੈ। ਤੇ ਮੈਂ ਇੱਕ ਬੇਨਤੀ ਕਰਾਂ, ਹਉਮੈ ਦੇ ਵਿੱਚ ਜਿਹੜਾ ਇਨਸਾਨ ਹੈ, ਉਹ ਕਈ ਵਾਰ ਉਹਦੀ ਸੋਚ ਇਤਨੀ ਜ਼ਿਆਦਾ ਗਿਰ ਜਾਂਦੀ ਹੈ, ਇਤਨੀ ਜ਼ਿਆਦਾ ਗਿਰ ਜਾਂਦੀ ਹੈ ਕਿ ਉਹ ਆਪਣੇ ਤੋਂ ਸਾਹਮਣੇ ਵਾਲੇ ਨੂੰ ਦੇਖ ਕੇ ਉਹਦੇ ਸਿੱਖੀ ਚਿੰਨ੍ਹਾਂ ਦੇ ਉੱਪਰ ਵੀ ਮਜ਼ਾਕ ਕਰ ਦਿੰਦਾ। ਦੇਖੋ, ਸਾਡੀ ਇੱਕ ਮਰਿਆਦਾ ਹੈ। ਗੁਰਦੁਆਰਾ ਸਾਹਿਬ ਦੀ ਸਟੇਜ ਤੇ ਬੋਲਣ ਦੀ ਇੱਕ ਮਰਿਆਦਾ ਹੈ। ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਹਾਂ, ਇਹਦੇ ਨਾਲ ਹਿੰਦੂ ਧਰਮ ਵੀ ਹੈ, ਇਸਲਾਮ ਧਰਮ ਵੀ ਹੈ। ਸਾਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਉੱਪਰ ਕਟਾਕਸ਼ ਕਰਨ ਦੀ। ਸਾਨੂੰ ਗੁਰੂ ਨਾਨਕ ਸਾਹਿਬ ਦੇ ਇਹ ਸਮਝਾਇਆ ਕਿ ਆਪਣੇ ਧਰਮ ਦੀ, ਆਪਣੇ ਸਿਧਾਂਤ ਦੀ ਲਕੀਰ ਤੁਸੀਂ ਲੰਬੀ ਕਰ ਦਿਓ। ਉਹ ਜੋ ਕਰਦੇ ਹਨ ਉਹਨਾਂ ਨੂੰ ਮੁਬਾਰਕ ਹੈ। ਮੇਰੀ ਗੱਲ ਸਮਝ ਗਏ ਨਾ? ਉਹ ਜੋ ਕਰਦੇ ਹਨ ਉਹਨਾਂ ਨੂੰ ਮੁਬਾਰਕ ਹੈ। ਇਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਵੀ ਇੱਕ ਸਿਧਾਂਤ ਹੈ, ਇੱਕ ਮਰਿਆਦਾ ਹੈ। ਜੇਕਰ ਅਸੀਂ ਉਸ ਮਰਿਆਦਾ ਨੂੰ ਉਲੰਘਦੇ ਹਾਂ, ਮਰਿਆਦਾ ਨੂੰ ਅਸੀਂ ਤੋੜਦੇ ਹਾਂ, ਤੇ ਅਸੀਂ ਕਈ ਵਾਰੀ ਸਾਹਮਣੇ ਵਾਲੇ ਦਾ ਦਾੜਾ ਪ੍ਰਕਾਸ਼ ਹੋਇਆ, ਅਸੀਂ ਉਹਦੇ ਦਾੜੇ ਨੂੰ ਵੀ ਇੱਕ ਮਜ਼ਾਕ ਬਣਾ ਦਿੰਦੇ ਹਾਂ ਕਿ ਇਹ ਦਾੜਾ ਤੇ ਇਸਨੇ ਤਾਂ ਪ੍ਰਕਾਸ਼ ਕੀਤਾ ਤਾਂ ਜੋ ਇਹ ਲੋਕਾਂ ਨੂੰ ਲੁੱਟ ਸਕੇ। ਮਹਾਰਾਜ ਕਹਿੰਦੇ ਬਹੁਤ ਚਿੰਤਾ ਚਿਤਵੈ। ਮੈਂ ਜੋ ਕਹਿਣਾ ਚਾਹੁੰਦਾ ਸ਼ਾਇਦ ਆਪ ਜੀ ਸਮਝ ਗਏ ਹੋ। ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨਾ। ਉਹਦੇ ਅੰਦਰ ਚਿੰਤਾ ਹੈ, ਉਹਦੇ ਅੰਦਰ ਝੋਰਾ ਹੈ, ਉਹਦੇ ਅੰਦਰ ਡਰ ਹੈ। ਉਹਦੇ ਅੰਦਰ ਡਰ ਕਿਸ ਚੀਜ਼ ਦਾ? ਆਓ ਇੱਕ ਹੋਰ ਆਪਾਂ ਅੱਗੇ ਚੱਲੀਏ, ਪ੍ਰਮਾਣ ਲਈਏ ਗੁਰੂ ਗ੍ਰੰਥ ਸਾਹਿਬ ਚੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਨਾ ਇਸ ਸਰੀਰ ਨੂੰ ਇੱਕ ਬੇੜੀ ਕਿਹਾ ਹੈ, ਤੇ ਮਹਾਰਾਜ ਕਹਿੰਦੇ ਆ ਇਹ ਬੇੜੀ ਨੂੰ ਪਾਰ ਲੰਘਾਉਣਾ ਤੇਰਾ ਫਰਜ਼ ਹੈ। ਇਹ ਨਾ ਹੋਵੇ ਤੇਰੇ ਆਸੇ ਪਾਸੇ ਜਿਹੜੀਆਂ ਲੋਭ ਲਹਿਰ ਦੀਆਂ, ਲੋਭ ਲਹਿਰਾਂ ਜਿਹੜੀਆਂ, ਲੋਭ ਦੀਆਂ ਲਹਿਰਾਂ ਜਿਹੜੀਆਂ ਚੱਲ ਰਹੀਆਂ, ਉਹਨਾਂ ਦੇ ਵਿੱਚ ਕਿਤੇ ਤੇਰੀ ਬੇੜੀ ਨਾ ਕਹਿੰਦੇ ਡੁੱਬ ਜਾਵੇ। ਮਹਾਰਾਜ ਫਰਮਾਉਂਦੇ
ਕਹਿੰਦੇ ਇਹ ਵੀ ਇੱਕ ਤੇਰੇ ਅੰਦਰ ਇੱਕ ਚਿੰਤਾ ਹੈ, ਇੱਕ ਡਰ ਹੈ, ਕਿਤੇ ਮੇਰੀ ਬੇੜੀ ਜਿਹੜੀ ਹੈ ਉਹ ਪਾਰ ਲੱਗਣ ਤੋਂ ਪਹਿਲਾਂ ਪਹਿਲਾਂ ਉਹ ਡੁੱਬ ਜਾਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ, ਚੜ ਝੱਖੜ ਉਹ ਹਾੜ, ਲਹਿਰੀ ਵਹਿਨ ਲਖੇਸਰੀ। ਕਹਿੰਦੇ ਝੜ ਝੱਖੜ ਉਹ ਹਾੜ, ਝੱਖੜ ਆਇਆ, ਮੀਂਹ ਆਇਆ, ਲਹਿਰਾਂ ਆਈਆਂ, ਚੜ ਝੱਖੜ ਉਹ ਹਾੜ, ਲਹਿਰੀ ਵਹਿਨ ਲਖੇਸਰੀ। ਸਤਿਗੁਰ ਸਿਉ ਆਲਾਏ, ਜੇ ਤੈਨੂੰ ਡਰ ਆਣਾ, ਤੇਰੇ ਅੰਦਰ ਚਿੰਤਾ ਨਾ ਕਿ ਮੈਂ ਕਿਤੇ ਡੁੱਬ ਨਾ ਜਾਵਾਂ, ਮੇਰੀ ਬੇੜੀ ਨਾ ਕਿਤੇ ਡੁੱਬ ਜਾਵੇ, ਕਹਿੰਦੇ ਸਤਿਗੁਰ ਸਿਉ ਆਲਾਏ। ਸਾ ਸੰਗਤ ਜੀ, ਪਰਮਾਤਮਾ ਦੇ ਚਰਨਾਂ 'ਚ ਪੁਕਾਰ ਹੀ ਉਦਣ ਹੁੰਦੀ ਹੈ ਜਿੱਦਣ ਅੰਦਰ ਡਰ ਪੈਦਾ ਹੁੰਦਾ। ਸਤਿਗੁਰ ਸਿਉ ਆਲਾਏ, ਬੇੜਾ ਡੁੱਬਣ ਨਾਹੇ ਭਾਓ। ਤੂੰ ਬੇੜੀ ਡੁੱਬਣ ਦੀ ਗੱਲ ਕਰਦਾ, ਤੇਰੇ ਅੰਦਰੋਂ ਬੇੜੀ ਡੁੱਬਣ ਦੀ ਜਿਹੜੀ ਚਿੰਤਾ ਨਾ, ਮਹਾਰਾਜ ਕਹਿੰਦੇ ਉਹ ਨਿਕਲ ਜਾਵੇਗੀ। ਚੜ ਝੱਖੜ ਉਹ ਹਾੜ, ਲਹਿਰੀ ਵਹਿਨ ਲਖੇਸਰੀ। ਸਤਿਗੁਰ ਸਿਉ ਆਲਾਏ, ਬੇੜਾ ਡੁੱਬਣ ਨਾਹੇ ਭਾਓ। ਮਹਾਰਾਜ ਕਹਿੰਦੇ ਤੇਰੇ ਅੰਦਰ ਜਿਹੜੀ ਚਿੰਤਾ ਨਾ, ਜਿਹੜਾ ਤੇਰੇ ਅੰਦਰ ਝੋਰਾ ਹੈ, ਜਿਹੜਾ ਤੇਰੇ ਅੰਦਰ ਡਰ ਹੈ, ਮਹਾਰਾਜ ਕਹਿੰਦੇ ਉਹ ਨਿਕਲ ਜਾਵੇਗਾ। ਅੱਗੇ ਇੱਕ ਪ੍ਰਮਾਣ ਬਾਬਾ ਫਰੀਦ ਜੀ ਕਹਿੰਦੇ, ਦੁੱਖਾਂ ਸੇਤੀ ਦੇਹੋ ਗਿਆ, ਦੁੱਖਾਂ ਸੇਤੀ ਦੇਹੋ ਗਿਆ, ਸੂਲਾ ਸੇਤੀ ਰਾਤ, ਖੜਾ ਪੁਕਾਰੇ ਪਤਨੀ। ਉਹ ਮੱਲਾ ਜਿਹੜਾ ਪੁਕਾਰ ਰਿਹਾ, ਪੁਕਾਰ ਕਿਉਂ ਰਿਹਾ? ਕਿਉਂਕਿ ਉਹਦੇ ਅੰਦਰ ਚਿੰਤਾ ਹੋ ਗਈ। ਪੁਕਾਰ ਕਿਉਂ ਰਿਹਾ? ਅਰਦਾਸ ਕਿਉਂ ਨਿਕਲਦੀ ਹੈ? ਅੰਦਰ ਚਿੰਤਾ ਵੈ, ਕੋਈ ਗੱਲ ਨਹੀਂ ਪੂਰੀ ਹੋ ਰਹੀ, ਕੋਈ ਮੰਗ ਨਹੀਂ ਪੂਰੀ ਹੋ ਰਹੀ, ਉਹਦੇ ਵਿੱਚ ਚਿੰਤਾ ਹੈ, ਉਹਦੇ ਕਰਕੇ ਅਰਦਾਸ ਨਿਕਲਦੀ ਹੈ। ਬਾਬਾ ਫਰੀਦ ਜੀ ਕਹਿੰਦੇ, ਦੁੱਖਾਂ ਸੇਤੀ ਦੇਹੋ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਤਨੀ। ਬੇੜਾ ਕੱਪਰ ਵਾਤ, ਬੇੜਾ ਇਹ ਜਿਹੜਾ ਮੇਰਾ ਬੇੜਾ ਨਾ, ਇਹ ਕਹਿੰਦੇ ਲਹਿਰਾਂ ਦੇ ਵਿੱਚ ਕਹਿੰਦੇ ਫਸਿਆ ਹੋਇਆ, ਮੈਨੂੰ ਇਹਦੀ ਚਿੰਤਾ, ਇਸ ਕਰਕੇ ਪੁਕਾਰ ਰਿਹਾ। ਹੁਣ ਅਗਲੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਹੱਲ ਦੱਸਦੇ ਆ ਕਿ ਤੂੰ ਚਿੰਤਾ ਤੋਂ ਕਿੱਦਾਂ ਨਿਜਾਤ ਪਾ ਸਕਦਾ ਤੇ ਆਪਣੇ ਆਪ ਦੀ ਪਹਿਚਾਣ ਤੂੰ ਕਿੱਦਾਂ ਕਰ ਸਕਦਾ। ਬਾਬਾ ਫਰੀਦ ਜੀ ਕਹਿੰਦੇ, ਲੰਮੀ ਲੰਮੀ ਨਦੀ ਵਹੇ, ਇਹ ਜਿਹੜੀਆਂ ਸਮੁੰਦਰ ਦੇ ਵਿੱਚ, ਇਸ ਸੰਸਾਰ ਦੇ ਵਿੱਚ ਕਾਮ ਕ੍ਰੋਧ, ਇਹ ਜਿਹੜੀਆਂ ਵਿਕਾਰ ਦੀਆਂ ਲਹਿਰਾਂ ਬਹੁਤ ਲੰਬੀਆਂ ਲੰਬੀਆਂ ਮਹਾਰਾਜ ਕਹਿੰਦੇ ਚੱਲਦੀਆਂ ਪਈਆਂ। ਲੰਮੀ ਲੰਮੀ ਨਦੀ ਵਹੇ, ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਹੇ, ਜੇ ਪਾਤਨ ਰਹੇ ਸੁਚੇਤ। ਜੇ ਉਹਦਾ ਮਲਾਹ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਪੜ੍ਹਦਾ, ਸ਼ਾਮ ਨੂੰ ਸੋਦਰ ਦੀ ਬਾਣੀ ਪੜ੍ਹਦਾ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਪੜ੍ਹਦਾ, ਤੇ ਬਾਬਾ ਫਰੀਦ ਜੀ ਕਹਿੰਦੇ ਬੇੜੇ ਨੂੰ ਕੱਪਰ ਕਿਆ ਕਰੇ। ਬੇੜੇ ਨੂੰ ਕੱਪਰ, ਇਹ ਜਿਹੜੀਆਂ ਲਹਿਰਾਂ ਉਹਦਾ ਕੁਛ ਨਹੀਂ ਵਿਗਾੜ ਸਕਦੀਆਂ, ਜੇ ਪਾਤਨ ਰਹੇ ਸੁਚੇਤ। ਪਾਤਨ ਰਹੇ ਸੁਚੇਤ, ਆਪਣੇ ਆਪ ਦੀ ਪਹਿਚਾਨ। ਇੱਥੇ ਮਹਾਰਾਜ ਫਰਮਾਉਂਦੇ, ਬਹੁ ਚਿੰਤਾ ਚਿਤਵੈ, ਆਪ ਨਾ ਪਛਾਨੈ, ਆਪ ਨਾ ਪਛਾਨਾ, ਧੰਦਾ ਕਰਤਿਆਂ ਅਣ ਦਿਨ ਵਿਹਾਨਾ। ਕਹਿੰਦੇ ਮੂਰਖਾ ਸਾਰਾ ਦਿਨ ਮਾਇਆ ਨੂੰ ਜੋੜਨ ਦੇ ਵਿੱਚ, ਇਸ ਮਾਇਆ ਰੂਪੀ ਧੰਦਿਆਂ ਦੇ ਵਿੱਚ ਸਾਰਾ ਦਿਨ ਤੂੰ ਆਪਣਾ ਸਮਾਂ ਜਿਹੜਾ ਮਹਾਰਾਜ ਕਹਿੰਦੇ ਤੂੰ ਗੁਜ਼ਾਰ ਲਿਆ। ਅੱਗੇ ਮਹਾਰਾਜ ਰਹੋ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ, ਹਿਰਦੇ ਰਾਮ ਰਮੋ ਮੇਰੇ ਭਾਈ। ਆ ਦੱਸਦੇ ਆ ਤਰੀਕਾ ਜੀ, ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਰਹੋ ਦੀਆਂ ਪੰਕਤੀਆਂ ਵਿੱਚ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਨਾ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰ। ਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ, ਸਿਮਰਨ ਦੀ ਦਾਤ ਅਸੀਂ ਪਰਮਾਤਮਾ ਤੋਂ ਬਿਨਾਂ ਮੰਗਿਆ ਮਿਲੀ ਹੈ, ਲੇਕਿਨ ਜਦੋਂ ਸਾਡਾ ਜਨਮ ਹੋ ਗਿਆ, ਉਹ ਜਿਹੜੀ ਦਾਤ ਸੀ ਉਹਨੂੰ ਅਸੀਂ ਛੱਡ ਗਏ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਪਰਮਾਤਮਾ ਨੇ ਦਿੱਤਾ ਆਪ ਸਿਮਰਨ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ। ਤੇ ਗੁਰੂ ਨਾਨਕ ਸਾਹਿਬ ਜੀ ਤਾਂ ਹੋਰ ਅੱਗੇ ਜਾਂਦੇ ਆ। ਮਹਾਰਾਜ ਕਹਿੰਦੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਘਰਵਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸਿੱਤੀ ਅਰਦਾਸ, ਜਦੋਂ ਤੂੰ ਪੁੱਠਾ ਲਟਕਿਆ ਸੀ ਨਾ, ਤੇ ਤੇਰੀ ਸੁਰਤ, ਤੇਰੀ ਲਿਵ ਜਿਹੜੀ ਹੈ ਉਹ ਸਿਮਰਨ ਦੇ ਨਾਲ, ਪਰਮਾਤਮਾ ਦੇ ਨਾਲ ਜਿਹੜੀ ਹੈ ਉਹ ਜੁੜੀ ਹੋਈ ਸੀ। ਮਹਾਰਾਜ ਫਰਮਾਉਂਦੇ, ਹਿਰਦੇ ਰਾਮ ਰਮੋ ਮੇਰੇ ਭਾਈ। ਉਹ ਮੇਰੇ ਭਰਾਵੋ, ਪਿਆਰ ਨਾਲ ਕਹਿੰਦੇ ਆ ਗੁਰੂ ਅਮਰਦਾਸ ਜੀ ਮਹਾਰਾਜ,
कहते उस परमात्मा का नाम जपो, गुरमुख रसना हर रसन रसाई। गुरु की शरण में जदों आवेंगा, गुरु के शब्द नाल सांझ पावेंगा, इस शब्द नूं रसना ते लैके आवेंगा, तेरी रसना भी जिहड़ी है रसीली हो जाएगी। जिन्हों असीं पढ़दे आ मिठ बोलड़ा जी हर सज्जन स्वामी मोरा। हों संभल थकी जी वो कदे ना बोले, जिहदे नाल जुड़ोगे उदां दा अंदर बन जाएगा। मेरी गल संगत जिस तरह की करांगे उदां दा अंदर बन जाएगा, उही साडी जबान ते आवेगा। महाराज कहंदे गुरु दी शरण विच आ, गुरमुख रसना हर रसन रसाई। अगे महाराज फरमाउंदे गुरमुख हिरदे जिन राम पछाता, जग जीवन सेव जुग चारे जाता। कहंदे गुरु दी शरण विच पै के जिसने उस राम नूं उहदे नाल अपनी सांझ पा ली, उहदे नाल अपनी पहचान कर ली, जग जीवन सेव जुग चारे जाता। जिन्हें जग जीवन जेड़ा संसार नूं जीवन दे रहा, जेड़ा ब्रह्मंड नूं जीवन दे रहा, सेव जुग चारे जाता, ओदी फिर पहचान ना वो चारां जुगां दे विच सारे जुगां विच हुंदी। तख्त बैठा अर्जन गुरु सतगुर का खिवे, उग वनो तै अथ वनो चौ चक्की कीन। चौवां चक्कां दे विच गुरु अर्जन देव जी महाराज की शोभा। क्यों? क्योंकि उन्होंने जग जीवन जिहड़ा परमात्मा सीगा उहदे नाल उन्होंने सांझ पाई। महाराज फरमाउंदे जग जीवन सेव जुग चारे जाता, हौमे मार गुर शब्द पछाता, कृपा करे प्रभ कर्म विधाता। बड़ी प्यारी पंक्ति महाराज कहंदे आ, जिहड़ी हौमे है ना, ये गुरु की बख्शिश तो बगैर नहीं मिटनी। हौमे दीर्घ रोग है दारू पी इस माहे, कृपा करे जे अपनी गुर का शब्द कमाहे। नानक कहे सुनो जनो इत संजम दुख जाए, ए हौमे मार गुर शब्द पछाता। गुरु दे शब्द ना जदों तेरी पहचान होवेगी, वो शब्द जिहड़ा तैनूं गुरु वालों मिलिया होया, उस समय तेरे अंदर दी हौमे जिहड़ी है ना, महाराज कहंदे वो खत्म हो जाएगी, मर जाएगी। हौमे मार गुर शब्द पछाता, कृपा करे प्रभ कर्म विधाता। अगे महाराज फरमाउंदे सेजन सच्चे जो गुर शब्द मिलाए। इत्थे मैं रुकना चाहांगा। से जन सच्चे, वो मनुख सच्चे हन। अर्थ इहदे जो गुर शब्द मिलाए, जिन्नू गुरु ने कृपा करके शब्द ना मिला दिता। समझ गए जी? एक तो ये अर्थ ये है। दूसरे अर्थ की है, से जन सच्चे, उन्हां दा आत्मक जीवन जेड़ा उच्चा हो जाता है और उन्हां दी आत्मक तौर पर मौत नहीं हुंदी, वो स्थिर हो जाते हैं, स्थिर हो जाते हैं, वो कभी मरते नहीं है। से जन सच्चे, जो असीं पढ़ते हैं आद सच जुगाद सच, वो परमात्मा भी सच्चा है, उसकी भी कभी मौत नहीं होनी। जेड़ा गुरु द्वारा दसे शब्द ना जुड़ गया, शब्द ना उहदा मिलाप हो गया, उसकी भी कभी आत्मक तौर पर मौत नहीं होगी। ਉਹਦੀ भी कदी आत्मक तौर पर उन्नू ते भावां तुसी उबलदी देग विच उबालो, लेकिन वो फिर भी कह रहा सिर ऊपर ठाडा गुर सूरा। उन्नू तुसी रूह दे विच लपेटो, वो कह रहा ताती वो न लगी पार ब्रह्म सरनाई, चौगिरद हमारे रामकार दुख लगे ना भाई। उहदा भावां बंद बंद कट्टिया जावे, आरे नाल शरीर उहदा दो फाड़ हो जावे, लेकिन दो फाड़ होने के बावजूद भी उहदे चों आवाज़ आ रही है, जिनी नाम ते आया गए मसकत घाल, नानक ते मुख उजले केती छुट्टी नाल। से जन सच्चे वो स्थिर हो गए, वो स्थिर हो गए जिन्होंने गुरु ने शब्द ना मिलाता। एक ये होर अर्थ जो मेरे अपने अर्थ है, मैं सारे सटीक पढ़े, उन्होंने यो ही अर्थ किए जो मैं आप जी ने साझे किए। एक अर्थ होर जो मैंने राती जो गुरु हरकृष्ण पातशाह ने सोझी बख्शी, महाराज कहते हैं
ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਉਹਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੁਗੋ ਜੁਗ ਅਟੱਲ ਕਰ ਦਿੱਤਾ। ਚਾਹੇ ਉਹਨਾਂ ਨੇ ਬਾਣੀ ਦਾ ਇੱਕ ਸ਼ਬਦ ਵੀ ਨਹੀਂ ਉਚਾਰਿਆ। ਦੋ ਤਿੰਨ ਉਦਾਹਰਨਾਂ ਦਿਆਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਘਰ ਗਏ, ਸ਼ਬਦ ਦਿੱਤਾ, ਸ਼ਬਦ ਨਾਲ ਜੋੜਿਆ, ਸ਼ਬਦ ਉਹਨਾਂ ਦੀ ਝੋਲੀ ਪਾਇਆ, ਤੇ ਅੱਜ ਅਸੀਂ ਜਦੋਂ ਮੱਥਾ ਟੇਕਦੇ ਹਾਂ ਭਾਈ ਲਾਲੋ ਜੀ ਦਾ ਨਾਂ ਯਾਦ ਕਰਦੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ। ਹੋਰ ਅੱਗੇ ਚਲੀਏ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ। ਪ੍ਰਹਿਲਾਦ ਦਾ ਇੱਕ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਭਗਤ ਹੈ, ਲੇਕਿਨ ਮਹਾਰਾਜ ਨੇ ਉਹਨੂੰ ਵੀ ਜੁਗੋ ਜੁਗ ਅਟੱਲ ਕਰ ਦਿੱਤਾ। ਅਸੀਂ ਇੱਕ ਹੋਰ ਬਚਨ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ। ਇਹਨਾਂ ਨੂੰ ਵੀ ਮਹਾਰਾਜ ਜਿਹੜੇ ਸ਼ਬਦ ਨਾਲ ਜੁੜ ਗਏ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਸੇ ਜਨ ਸੱਚੇ ਜੇ ਗੁਰ ਸ਼ਬਦ ਮਿਲਾਏ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਨਾ, ਤੇ ਜਿਹੜੇ ਉਹਦੇ ਨਾਲ ਜੁੜ ਗਏ ਫਿਰ ਉਹ ਵੀ ਜੁਗੋ ਜੁਗ ਮਹਾਰਾਜ ਨੇ ਅਟਲ ਕਰ ਦਿੱਤੇ। ਉਹਨਾਂ ਨੂੰ ਵੀ ਕਦੀ ਮੌਤ ਨਹੀਂ। ਮਹਾਰਾਜ ਫਰਮਾਉਂਦੇ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਮਾੜੇ ਪਾਸੇ ਜਾਣ ਤੋਂ ਗੁਰੂ ਨੇ ਉਹਨਾਂ ਦੇ ਅੱਗੇ ਰੁਕਾਵਟ ਪੈਦਾ ਕਰਤੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ। ਸਾਖੀ ਦੇ ਨਾਲ ਆਪਾਂ ਲਈਏ ਤੇ ਥੋੜਾ ਸੌਖਾ ਹੋ ਜਾਵੇਗਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਇੱਕ ਸਿੱਖ ਨੇ ਆ ਕੇ ਮੱਥਾ ਟੇਕਿਆ, ਤੇ ਮਹਾਰਾਜ ਨੇ ਪੁੱਛਿਆ ਤੂੰ ਕੌਣ, ਤੇਰਾ ਨਾਂ ਕੀ ਹੈ? ਕਹਿੰਦੇ ਮਹਾਰਾਜ ਮੇਰਾ ਨਾਮ ਜੋਗਾ। ਮਹਾਰਾਜ ਕਹਿੰਦੇ ਕਿਹਦੇ ਜੋਗਾ? ਕਹਿੰਦਾ ਜੀ ਤੁਹਾਡੇ ਕੋਲ ਆ ਗਿਆ ਤੇ ਹੁਣ ਤੁਹਾਡੇ ਜੋਗਾ। ਸੇਵਾ ਕਰ ਰਿਹਾ, ਸਮਾਂ ਲੰਘ ਰਿਹਾ, ਸਮਾਂ ਆਪਣੀ ਚਾਲ ਨਾਲ ਚੱਲ ਰਿਹਾ। ਕੁਝ ਸਮੇਂ ਦੇ ਬਾਅਦ ਜੋਗੇ ਦਾ ਵਿਆਹ ਸੀਗਾ, ਤੇ ਜੋਗੇ ਨੇ ਮਹਾਰਾਜ ਕੋ ਇਜਾਜ਼ਤ ਲਈ, ਮਹਾਰਾਜ ਮੈਂ 2-4 ਦਿਨਾਂ ਦੇ ਵਾਸਤੇ ਘਰ ਜਾਣਾ ਚਾਹੁੰਦਾ, ਮੇਰਾ ਵਿਆਹ ਲਾਗੇ ਆ ਗਿਆ। ਮਹਾਰਾਜ ਕਹਿੰਦੇ ਜਾ ਚਲਾ ਜਾ। ਮਹਾਰਾਜ ਕੋ ਛੁੱਟੀ ਲੈ ਕੇ ਘਰ ਆ ਗਿਆ। ਲਾਵਾਂ ਹੋ ਰਹੀਆਂ, ਲਾਵਾਂ ਹੁੰਦਿਆਂ ਹੁੰਦਿਆਂ ਸੁਨੇਹਾ ਪਹੁੰਚਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਨੇਹਾ ਪਹੁੰਚਾਇਆ ਇੱਕ ਮੇਵੜੇ ਦੇ ਹੱਥ ਵਿੱਚ। ਮੇਵੜੇ ਨੇ ਜਾ ਕੇ ਕਿਹਾ, ਕਹਿੰਦੇ ਜੋਗਿਆ ਜਦੋਂ ਲਾਵਾਂ ਹੋ ਗਈਆਂ ਸੰਪੂਰਨ, ਜੋਗਿਆ ਕਲਗੀਆਂ ਵਾਲੇ ਨੇ ਤੈਨੂੰ ਯਾਦ ਕੀਤਾ। ਜੋਗਾ ਉਸੇ ਵੇਲੇ ਕਹਿੰਦਾ ਚੱਲ ਮੈਂ ਤੇਰੇ ਮਗਰੇ ਮਗਰੇ ਆਇਆ। ਵੈਸੇ ਸਿੱਖ ਦਾ ਫਰਜ਼ ਵੀ ਇਹੀ ਹੈ, ਜਦੋਂ ਕਿਤੇ ਗੁਰੂ ਆਵਾਜ਼ ਮਾਰੇ ਨਾ ਤੇ ਸਿੱਖ ਉਸੇ ਵੇਲੇ, ਤੇ ਵੈਸੇ ਗੁਰੂ ਤੇ ਸਾਨੂੰ ਰੋਜ਼ ਆਵਾਜ਼ ਮਾਰ ਰਿਹਾ, ਆਵੋ ਸਿੱਖ। ਇਹ ਗੁਰੂ ਅਮਰਦਾਸ ਜੀ ਕਹਿ ਰਹੇ ਆ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਆਵਾਜ਼ ਮਾਰ ਰਹੇ ਮਹਾਰਾਜ। ਕਹਿੰਦੇ ਚੱਲ, ਕਹਿੰਦੇ ਮੈਂ ਤੇਰੇ ਮਗਰ ਮਗਰ ਆਇਆ। ਹੁਸ਼ਿਆਰਪੁਰ ਦੇ ਵਿੱਚੋਂ ਲੰਘਦਿਆਂ ਲੰਘਦਿਆਂ ਅੰਦਰ ਕਾਮ ਵਾਸ਼ਨਾ ਨੇ ਜ਼ੋਰ ਪਾਤਾ। ਕਾਮ ਦੇ ਖੂਹ ਦੇ ਵਿੱਚ ਡਿੱਗਣ ਲੱਗਾ, ਜਿਹਨੂੰ ਮਹਾਰਾਜ ਕਹਿੰਦੇ ਆ ਹੇ ਕਾਮੰਗ ਨਰਕ ਵਿਸਰਾਮੰਗ। ਜਿਹੜਾ ਕਾਮ ਦੇ ਵਿੱਚ ਡਿੱਗੇਗਾ ਮਹਾਰਾਜ ਕਹਿੰਦੇ ਤੂੰ ਨਰਕਾਂ ਦਾ ਭਾਗੀ ਹੋਵੇਂਗਾ। ਹੇ ਕਾਮੰਗ ਨਰਕ ਵਿਸਰਾਮੰਗ। ਅੰਦਰ ਕਾਮ ਪੈਦਾ ਹੋ ਗਿਆ। ਇੱਕ ਵੈਸ਼ਿਆ ਦੇ ਕੋਠੇ ਨੂੰ ਚਾਰਿਆ। ਜਦੋਂ ਉਹਦੀਆਂ ਪੌੜੀਆਂ ਚੜ੍ਹ ਰਿਹਾ, ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਕੀ ਦੇਖਦਾ? ਨੀਵਾਂ ਸੀ ਨਾ, ਅੱਖਾਂ ਨੀਵੀਆਂ ਸੀ, ਚੜ੍ਹ ਰਿਹਾ ਸੀ। ਤੇ ਜਦੋਂ ਹੇਠੋਂ ਉੱਪਰ ਨੂੰ ਦੇਖਦਾ ਇੱਕ ਨੀਲੇ ਚੋਲੇ ਵਾਲਾ, ਤੇ ਜਦੋਂ ਚਿਹਰਾ ਦੇਖਿਆ ਤੇ ਕਹਿੰਦੇ ਮਹਾਰਾਜ ਤੁਸੀਂ? ਕਹਿੰਦੇ ਹਾਂ। ਕਹਿੰਦੇ ਤੂੰ ਤੇ ਕਿਹਾ ਸੀ ਜੋਗਿਆ ਮੈਂ ਤੇਰੇ ਜੋਗਾ, ਤੇ ਜੇ ਜੋਗਿਆ ਤੂੰ ਮੇਰੇ ਜੋਗਾ ਤੇ ਮੈਂ ਵੀ ਤੇਰੇ ਜੋਗਾ। ਧਾਵਤ ਵਰਜ। ਮਹਾਰਾਜ ਕਹਿੰਦੇ ਐ ਤੈਨੂੰ ਮੈਂ ਵਿਕਾਰਾਂ ਤੋਂ ਕਹਿੰਦੇ ਰੋਕ ਲਵਾਂਗਾ। ਗੁਰੂ ਗੋਬਿੰਦ ਸਿੰਘ ਨੇ ਬਾਂਹ ਫੜੀ, ਬਾਂਹ ਪਕੜੀ। ਜਦੋਂ ਬਾਂਹ ਪਕੜੀ ਅੰਦਰ ਦੀ ਕਾਮ ਵਾਸ਼ਨਾ ਜਿਹੜੀ ਸੀ ਠੱਲ ਗਈ, ਤੇ ਮਹਾਰਾਜ ਕਹਿੰਦੇ ਚੱਲ ਪੁੱਤ ਆਨੰਦਪੁਰ, ਮੈਂ ਤੇ ਤੇਰੇ ਕੋਲੋਂ ਕੰਮ ਹੀ ਬੜੇ ਲੈਣੇ। ਇੱਥੇ ਮਹਾਰਾਜ ਫਰਮਾਉਂਦੇ ਹਨ, ਮਹਾਰਾਜ ਫਰਮਾਉਂਦੇ
ਕਹਿੰਦੇ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਜਿਹੜੇ ਉਸ ਗੁਰੂ ਦੁਆਰਾ ਸ਼ਬਦ ਨਾਲ ਜੁੜ ਜਾਣ, ਫਿਰ ਗੁਰੂ ਉਹਨਾਂ ਦੀ ਰੱਖਿਆ ਆਪ ਕਰਦਾ। ਧਾਵਤ ਵਰਜੇ ਠਾਕ ਰਹਾਏ, ਉਹਨਾਂ ਨੂੰ ਫਿਰ ਵਿਕਾਰਾਂ ਵਾਲੇ ਪਾਸੇ, ਧਾਵਤ ਮੈਨੇ ਧਾ ਕੇ ਜਾਣਾ, ਤੇਜ਼ੀ ਨਾਲ ਵਿਕਾਰਾਂ ਵਾਲੇ ਪਾਸੇ ਜਾਣਾ, ਉੱਥੋਂ ਵਰਜਦਾ ਹੈ, ਉੱਥੋਂ ਰੁਕਾਵਟ ਪਾਉਂਦਾ ਹੈ। ਧਾਵਤ ਵਰਜੇ ਠਾਕ ਰਹਾਏ, ਨਾਮ ਨਵ ਨਿਧ ਗੁਰ ਤੇ ਪਾਏ। ਨਾਮ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ ਸਾਧ ਸੰਗਤ ਜੀ, ਗੁਰੂ ਤੋਂ ਬਗੈਰ ਨਾਮ ਨਹੀਂ ਮਿਲਣਾ। ਅਸੀਂ ਬਚਨ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ, ਕਿਉਂਕਿ ਪਰਿਪੂਰਨ ਪਰਮਾਤਮਾ ਨੇ। ਅਸੀਂ ਪੜ੍ਹਦੇ ਹਾਂ ਗੁਰੂ ਕੀ ਕਰਦਾ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਮਾਨਸ ਤੇ ਦੇਵਤੇ ਦੇ ਵਿਚਕਾਰ ਨਾਮ ਦੀ ਦਾਤ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਅਸੀਂ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੇ ਮਹਾਰਾਜ ਅੱਗੇ ਫਿਰ ਕਹਿੰਦੇ ਆ, ਨਾਨਕ ਗੁਰੂ ਨਾ ਚੇਤਨੀ, ਜਿਹੜੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਨਹੀਂ ਰੱਖਦੇ, ਗੁਰੂ ਦੇ ਸਿਧਾਂਤ ਤੇ ਨਹੀਂ ਚੱਲਦੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ, ਕਹੋ ਨਾਨਕ ਸੋ ਨਾ ਫਲੀਐ ਫੁਲੀਐ, ਬਪੁੜੇ ਪੀ ਤਨ ਵਿੱਚ ਸੁਆ। ਕਹਿੰਦੇ ਸਿੱਖਾ ਤੂੰ ਵਧੇਗਾ, ਤੇਰੇ ਕੋਲ ਪੈਸਾ ਵੀ ਆਵੇਗਾ, ਤੇਰੇ ਕੋਲ ਸਭ ਕੁਝ ਆਵੇਗਾ, ਲੇਕਿਨ ਤੇਰਾ ਅੰਦਰ ਉਸ ਕਾਲਖ ਦੇ ਨਾਲ, ਉਸ ਸੁਆਹ ਦੇ ਨਾਲ ਭਰਿਆ ਹੋਵੇਗਾ। ਜਿੱਦਾਂ ਇੱਕ ਤਿਲਾਂ ਦਾ ਖੇਤ, ਉਹਨੂੰ ਖਾਦ ਵੀ ਪੈ ਰਹੀ ਹੈ, ਸਭ ਕੁਝ ਪੈ ਰਿਹਾ, ਪਰੰਤੂ ਉਹਦੇ ਅੰਦਰ ਰਸ ਨਹੀਂ ਆ ਰਿਹਾ, ਉਹ ਕਾਲਖ ਦੇ ਨਾਲ ਭਰਿਆ। ਤੇ ਫਿਰ ਉਹਦਾ ਖਸਮ ਉਹਦਾ ਮਾਲਕ ਨਹੀਂ ਹੋਵੇਗਾ, ਉਹਦੇ ਖਸਮ ਉਹਦੇ 100 ਹੋ ਜਾਣਗੇ। ਤੂੰ ਇੱਕ ਸੁਹਾਗਣ ਨਹੀਂ ਹੋਵੇਗਾ, ਤੂੰ ਫਿਰ ਇੱਕ ਦੁਹਾਗਣ ਹੋਵੇਗਾ। ਮਹਾਰਾਜ ਕਹਿੰਦੇ, ਮਹਾਰਾਜ ਇੱਥੇ ਫਰਮਾਉਂਦੇ, ਨਾਮ ਨਵ ਨਿਧ ਗੁਰ ਤੇ ਪਾਏ। ਜਿਹੜਾ ਨਾਮ ਦਾ ਖਜ਼ਾਨਾ ਨਾ, ਇਹ ਗੁਰੂ ਤੋਂ ਬਗੈਰ ਨਹੀਂ ਮਿਲਣਾ। ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਹਰ ਕਿਰਪਾ ਸਾਧ ਸੰਗਤ ਜੀ, ਇੱਕ ਹੈ ਕਰਮ ਫਿਲਾਸਫੀ, ਦੂਸਰੀ ਹੈ ਨਦਰ ਫਿਲਾਸਫੀ। ਕਰਮ ਸਿੱਖ ਨੇ ਕਰਨੇ ਹਨ, ਲੇਕਿਨ ਬਖਸ਼ਿਸ਼ ਗੁਰੂ ਦੀ ਹੈ। ਕਰਮ ਤਾਂ ਕਰਨੇ ਹਨ ਤਾਂ ਜੋ ਅਸੀਂ ਬਖਸ਼ਿਸ਼ ਦੇ ਲਈ ਆਪਣੀ ਪਾਤਰ ਬਣਾ ਲਈਏ, ਆਪਣੀ ਝੋਲੀ ਬਣਾ ਲਈਏ, ਆਪਣੀ ਬੁੱਕ ਬਣਾ ਲਈਏ। ਇੱਕ ਅਸੀਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਸਿੱਖਾ ਤੇਰਾ ਕਰਮ ਹੈ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਅਸੀਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਇਹ ਸਾਰੀਆਂ ਤੇਰੇ ਆਪਣੇ ਕਰਮ ਹਨ। ਫਿਰ ਅੱਗੇ ਮਹਾਰਾਜ ਕਹਿੰਦੇ, ਜੇ ਤਿਸ ਨਦਰ ਨਾ ਆਵਈ, ਉਹਦੀ ਬਖਸ਼ਿਸ਼ ਵਿੱਚ ਨਹੀਂ ਨਾ ਆਇਆ। ਜੇ ਤਿਸ ਨਦਰ ਨਾ ਆਵਈ, ਵਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ। ਕੀਟਾਂ ਅੰਦਰ ਕੀਟ, ਮਹਾਰਾਜ ਕਹਿੰਦੇ ਤੂੰ ਗੰਦੀ ਨਾਲੀ ਦਾ ਗੰਦੇ ਤੋਂ ਗੰਦਾ ਕੀੜਾ ਵੈਂ, ਜੇ ਤੂੰ ਉਹਦੀ ਨਦਰ ਦੇ ਹੇਠਾਂ ਨਹੀਂ ਆਇਆ। ਤੇ ਮਹਾਰਾਜ ਇੱਥੇ ਕਹਿੰਦੇ ਹਰ ਕਿਰਪਾ ਉਹਦੀ ਬਖਸ਼ਿਸ਼ ਹੋ ਜਾਵੇ ਨਾ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਫਿਰ ਪਰਿਪੂਰਨ ਪਰਮਾਤਮਾ ਉਹਦੇ ਹਿਰਦੇ ਦੇ ਵਿੱਚ, ਉਹਦੀ ਆਤਮਾ ਦੇ ਵਿੱਚ ਆ ਕਰਕੇ ਉਹਦਾ ਨਿਵਾਸ ਹੋ ਜਾਂਦਾ। ਅਗਲਾ ਮਹਾਰਾਜ ਕਹਿੰਦੇ ਚੌਥੇ ਬੰਦ ਵਿੱਚ, ਫਿਰ ਮਹਾਰਾਜ ਸਾਨੂੰ ਨਾ ਸਾਰਾ ਹੁਣ ਤੱਕ ਦਾ ਜਿਹੜਾ ਆਪਾਂ ਵਿਚਾਰ ਕੀਤੀ ਨਾ, ਉਹਦਾ ਰਿਜ਼ਲਟ ਦੱਸਦੇ ਆ। ਰਿਜ਼ਲਟ ਕੀ ਹੈ? ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆਂ ਵੀ ਅੰਦਰ ਸ਼ਾਂਤੀ ਨਹੀਂ ਆਈ ਨਾ, ਅੰਦਰ ਠੰਡਾ ਨਹੀਂ ਹੋਇਆ, ਤੇ ਮਾਫ ਕਰਨਾ, ਫਿਰ ਕੋਈ ਤੇਰੇ ਪਿਛਲੇ ਜਨਮਾਂ ਦਾ ਲੇਖਾ ਹੀ ਹੈ।
मैं बेनती कर रहा सीगा भाई साहब नाल आउण तो पहलां, असी जदों विदेशों में जाने ना तो चलो आप छोटी जी एग्जाम्पल, एयरपोर्ट ते असी जदों ਜਿਹੜੇ ਸਾਡੀ ਇਮੀਗ੍ਰੇਸ਼ਨ ਕਰਦੇ ਆ ਇਹਨੂੰ ਛੱਡ ਕੇ, ਦੇਸ਼ ਨੂੰ ਛੱਡ ਕੇ ਪ੍ਰਦੇਸ਼ ਦੀ ਗੱਲ ਕਰਿਆ, ਇੱਥੇ ਤੇ ਉਹੀ ਮਹਾਰਾਜ ਉੱਦਾਂ ਦੇ ਚਿਹਰੇ, ਸੜੇ ਸੜੇ ਚਿਹਰੇ ਫਿਰ ਆ ਕੇ ਦਿਖਦੇ ਆ। ਮੈਂ ਕਹਿੰਦਾ ਉਹਨਾਂ ਨੂੰ, ਉਹਨਾਂ ਦਾ ਚਿਹਰਾ ਦੇਖਦੇ ਆ ਤੇ ਉਹਨਾਂ ਦਾ ਚਿਹਰੇ ਤੇ ਚਮਕ ਹੈ, ਉਹਨਾਂ ਦੇ ਚਿਹਰੇ ਤੇ ਹਾਸਾ ਹੈ। ਘੱਟੋ ਘੱਟ 1000 ਕਸਟਮਰ ਨੂੰ ਉਹ ਇੱਕ ਦਿਨ ਦੇ ਵਿੱਚ ਡੀਲ ਕਰਦੇ ਆ, लेकिन वो नहीं थकते, उन्होंने चेहरे ते कोई झोरा नहीं। कारण की है? कारण मैनू जो लग्या उन्होंने उन्होंने खून दे विच ही ये सिखाया गया होया कि सॉरी कहनी ते थैंक यू कहना बस, और हमेशा ही हसदियां होया रहना। जद कि मैं खुद अपने आप ते लियावां, इन्नी बाणी पढ़न दे बावजूद भी साडे चेहरे फिर मुरझाए है। उहदा कारण की है? क्योंकि असी इस चीज़ नूं, असी बाणी नूं अपने हिरदे दे विच नहीं लैके आ सके, क्योंकि इत्थों दा जिहड़ा सिस्टम है वो सिस्टम पैदा हुंदे बच्चे नूं ही उन्हें फिक्र दे विच पा दिता होया, पैदा हुंदे बच्चे नूं ही फिक्र दे विच पा दिता होया। इत्थे महाराज कहंदे है, राम राम करतियां सुख शांत शरीर, उस परिपूर्ण परमात्मा का नाम जप, उस परमात्मा का नाम अपनी रसना ते लैके आ, तेरे अंदर एक शांति आ जाएगी, अंदर ठंडक आ जाएगी। अग क्यों लगी हुई है? पूरा खजाना साडे कोल। महाराज कहंदे जियो तपत है बारो बार, तब तब खपे बहुत बेकार, जैतन बाणी बिसर जाए जिव पक्का रोगी बिल लाए। महाराज कहते चंदन चांदना सर्द रुत, मूल न मिटही घाम, शीतल थी वे नानका जपंदड़ो हर नाम। जबान दे नाल नहीं, आत्म रस जे जान ही आत्मा तो, सो है खालस देव। फिर गुरु गोबिंद सिंह जी कहते प्रभ मैं मोह मैं तास मैं रंचक नाही। हुण किते गुरु गोबिंद सिंह जी दे चेहरे दे उपर जां 42 साल दी उम्र दे विच उन्हां दे जीवन दे विच किते झोरा तुहानूं दिखाई दिता, किते चिंता दिखाई दिती? क्योंकि आत्म रस जे जानकी, आत्मा तो उन्होंने गुरु नानक साहब के सिद्धांत नूं अपनाया, बाणी नूं उन्होंने पढ़िया। उन्हां दी अवस्था गुरमुख रोम रोम हर ध्यावे, हर उन्हां दे रोम दे विचों आवाज़ आ रही सी, वाहिगुरू 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 वाहिगुरू। महाराज इत्थे फरमाउंदे राम राम करतियां सुख शांत शरीर, अंतर वसै ना लागे जम पीर। जदों परिपूर्ण परमात्मा तेरे हिरदे विच वस जावेगा ना, फिर जिहड़ा जमा दा डर है ना मौत दा, ये तेरे लागे भी नहीं कहंदे आवे। देखो मरना सारियां ने है, लेकिन जिहड़ा मौत दा डर है वो तेरे लागे नहीं। ते मैनूं इदां लगदा सिर्फ ते सिर्फ गुरु ग्रंथ साहिब जी महाराज जी ऐसे हैं, जेकर किते सिख इहदे नाल जुड़ जावे ना, ते फिर महाराज कहंदे मोह मरने का चौ है, मरूं तां हर के मत हर पूछे कौन है, परा हमारे बार। इत्थे आवाज आ रही है कबीर जो तोहे साध पिरम की, सीस काट कर गोए, खेलत खेलत हाल कर, जो किछ होए ता फिक्र ना कर। कहंदे हुण तू अपने सिर नूं वढ़ के कहंदे फुटबॉल बना दे, कहंदे तैनूं कहंदे की फिक्र है, जिहड़ा आवे ठुड्डा मारे तैनूं लोड़ नहीं। कहंदे क्योंकि तेरे अंदर परमात्मा नूं मिलण दी सद्दर है। महाराज फरमाउंदे अंतर वसे ना लागे जमपीर, आपे साहिब आप वजीर, वो आप ही साहिब है ते आप ही तेनू रस्ते ते पाउण वाला सलाह दे के, जिन्हों कहने आ भूले मार्ग जिन्हें बताया, ऐसा गुरबड भागी पाया आपे साहिब आप वजीर, नानक सेव सदा हर गुणी गहीर। उस परिपूर्ण परमात्मा दे नाल जुड़,
ਉਹਦਾ ਸਿਮਰਨ ਕਰ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਜਿਹੜਾ ਗਹੀਰ ਹੈ, ਜਿਹੜਾ ਡੂੰਘਾ ਹੈ, ਉਹਦੇ ਨਾਲ ਕਹਿੰਦੇ ਜੁੜ, ਉਹਦੇ ਨਾਲ ਉਹਦਾ ਸਿਮਰਨ ਕਰ, ਉਹਦੇ ਨਾਲ ਜੁੜ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਧਰਮ ਪ੍ਰਚਾਰ ਕਮੇਟੀ ਔਰ ਦਿੱਲੀ ਦੀ ਕਮੇਟੀ ਨੇ ਜਿਹੜਾ ਇਹ ਉਪਰਾਲਾ ਬੱਚਿਆਂ ਦੇ ਕੈਂਪ ਵਾਸਤੇ ਸ਼ੁਰੂ ਕੀਤਾ, ਮੈਂ ਬੇਨਤੀ ਕਰਾਂ ਦਿੱਲੀ ਦੀ ਸੰਗਤ ਨੂੰ, ਆਪ ਕਦਮ ਅੱਗੇ ਚੱਲ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਾਥ ਦਿਓ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੜੇ ਕੈਂਪ ਹਨ ਇਹ ਵੱਡੇ ਪੱਧਰ 'ਤੇ ਹੋਰ ਵੀ ਉਹਨਾਂ ਨੂੰ ਉਤਸ਼ਾਹ ਮਿਲੇ। ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਾਹਿਬ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ